ਲੋਕਾਂ ਨੇ ਕਿਹਾ ਸੀ ਪਿਓ ਸ਼ਰਾਬ ਪੀਂਦਾ ਏ ਤੇ ਧੀ ਨੇ ਦਮਾਲਾ ਬੰਨ ਲਿਆ ਵਾ। ਵੇਖੋ ਹੁਣ ਕਹਾਣੀ ਕਿੱਧਰ ਨੂੰ ਜਾਂਦੀ ਏ। ਪਰ ਅੱਜ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਮਾਣਨਾ ਕਹਿੰਦੇ ਆ ਕਿ ਜਿਹੜੀ ਕਹਾਣੀ ਗੁਰੂ ਸਾਹਿਬ ਜੀ ਨੇ ਸਾਡੇ ਕਰਕੇ ਸਾਨੂੰ ਬਦਲ ਦਿੱਤੀ ਏ ਨਾ ਸਾਡੇ ਪ੍ਰਤੀ, ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਜਿੰਨਾ ਵੀ ਕਰੀਏ ਉਨਾ ਵੀ ਥੋੜਾ ਹੈ। ਉਹ ਹਾਲਾਤ ਸੀ ਕਿ ਲੋਕੀ ਕਹਿੰਦੇ ਸੀਗੇ ਜਿਹੜਾ ਬੰਦਾ ਆਪਣੀ ਡੱਬ ਦੇ ਵਿੱਚ ਬੋਤਲਾਂ ਰੱਖ ਕੇ ਸ਼ਰਾਬਾ ਪੀਣ ਵਾਲਾ ਇੱਕਦਮ ਨਸ਼ਾ ਛੱਡ ਦੇਗਾ ਤੇ ਹੋ ਸਕਦਾ ਇਹਦੀ ਮੌਤ ਵੀ ਹੋ ਜਾਏ। ਤੁਸੀਂ ਇਹਨਾਂ ਨੂੰ ਇਸ ਪਾਸੇ ਗੁਰਬਾਣੀ ਦੇ ਪਾਸੇ ਕਿਉਂ ਲਾਤਾ, ਇਹਨੂੰ ਅੰਮ੍ਰਿਤ ਕਿਉਂ ਛਕਾਤਾ ਇਹਨਾਂ ਨੂੰ? ਇਹ ਕਿ ਤੁਸੀਂ ਬਿਕੋਜ਼ ਕਿ ਤੁਸੀਂ ਵੀ ਇੱਕ ਵੀ ਇਹਨਾਂ ਨੂੰ ਮਤਲਬ ਕਿ ਨਸ਼ੇ ਚੋਂ ਕੱਢ ਕੇ ਇੱਕਦਮ ਇਹਨਾਂ ਨੂੰ ਆਪਾਂ ਅੰਮ੍ਰਿਤਧਾਰੀ ਬਣਾਤਾ। ਸਾਨੂੰ ਲੋਕੀ ਕਹਿਣ ਲੱਗੇ ਕਿ ਇਹ ਜਿਹੜਾ ਵੀ ਭਾਈ ਸਾਹਿਬ ਨੇ ਵੀ ਥੋੜਾ ਕਿ ਚਿਰ ਕੱਢਣਗੇ। ਅਸੀਂ ਫੇਰ ਵੀ ਹੌਸਲਾ ਨਹੀਂ ਹਾਰਿਆ। ਅਸੀਂ ਆਖਿਆ ਕੋਈ ਗੱਲ ਨਹੀਂ, ਜਿੰਨੀ ਲਿਖੀ ਹੈ ਪ੍ਰਮਾਤਮਾ ਨੇ ਉਨੀ ਭੋਗ ਹੀ ਜਾਣੀ ਆ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿਠਿਆਂ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿਠਿਆਂ। ਇੱਕਦਮ ਜਦੋਂ ਬੱਚੇ ਨੇ ਸਿੱਖੀ ਦੇ ਨਾਲ ਜੁੜਨਾ, ਰਿਸ਼ਤੇਦਾਰ ਲਾ ਲਓ, ਅੰਗ ਸਾਗ, ਭੈਣ ਭਰਾ, ਪਿੰਡ ਵਾਲੇ ਲਾ ਲਓ ਕਿ ਪਿਓ ਸ਼ਰਾਬਾ ਪੀਂਦਾ ਹੈ ਤੇ ਧੀ ਨੇ ਦਮਾਲਾ ਬੰਨ ਲਿਆ। ਇਹ ਗੱਲ ਮੈਂ ਇੱਥੇ ਰੱਖਣਾ ਚਾਹਾਂਗੀ ਕਿ ਇਹ ਟੌਪਿਕ ਲੋਕਾਂ ਦਾ ਪਹਿਲੋਂ ਹੁੰਦਾ ਵਾ। ਕਿਸੇ ਨੇ ਹੌਸਲਾ ਨਹੀਂ ਦੇਣਾ ਕਿ ਇਹ ਬੱਚਾ ਇਸ ਪਾਸੇ ਆਇਆ ਹੈ, ਇਹਨੂੰ ਹੌਸਲਾ ਦਿੱਤਾ ਜਾਵੇ। ਮੇਰੇ ਆਪਣੇ ਖੁਦ ਸਾਡੇ ਰਿਸ਼ਤੇਦਾਰ ਕਹਿਣ ਲੱਗੇ ਕਿ ਕੁੜੀ ਨੂੰ ਦਮਾਲਾ ਬਣਾਤਾ ਇਹ ਤੇ ਪਤਾ ਨਹੀਂ ਹੁਣ ਘਰ-ਬਾਰ ਕਿੱਦਾਂ ਦਾ ਲੱਭੂਗਾ। ਪਰ ਉਸ ਟਾਈਮ ਤੇ ਅਸੀਂ ਇਹ ਨਹੀਂ ਸੋਚਿਆ ਕਿ ਸਾਡੇ ਮਨ ਦੇ ਵਿੱਚ ਇਹ ਲਾਲਚ ਨਹੀਂ ਸੀਗਾ ਵੀ ਜੇ ਅਸੀਂ ਅੰਮ੍ਰਿਤ ਛਕ ਲਿਆ ਇਹ ਫਿਰ ਕਿਹੜੀ ਗੱਲ ਆ। ਕੀਤਾ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਕਿੰਨਾ ਕੁ ਅੱਗੇ ਵਧੀਆ ਸੋਚਿਆ ਵਾ। ਕਈਆਂ ਨੂੰ ਤਾਂ ਹੁਣ ਇਹ ਵੀ ਲੱਗਦਾ ਹੈ ਕਿ ਜੇ ਅਸੀਂ ਸਿੱਖੀ ਦੇ ਰਾਹ ਦੇ ਵਿੱਚ ਪਵਾਂਗੇ ਤੇ ਸਾਨੂੰ ਕੁਝ ਲਾਭ ਨਹੀਂ ਆ। ਠੀਕ ਆ ਜੀ, ਉਸ ਦੇ ਵਿੱਚ ਸਾਡੀਆਂ ਜਿਹੜੀਆਂ ਕਮੇਟੀਆਂ ਵਾ ਕੁਝ ਨਾ ਕੁਝ ਜ਼ਿੰਮੇਵਾਰ ਉਹ ਵੀ ਨੇ। ਜੇ ਸਾਡੀਆਂ ਧੀਆਂ ਭੈਣਾਂ ਅੱਜ ਜਾ ਕੇ ਉਹ ਮਾਹੌਲਾਂ ਦੇ ਵਿੱਚ ਨੱਚਦੀਆਂ ਨੇ ਜਿੱਥੇ ਆਣ ਕੇ ਸ਼ਰੇਆਮ ਬਾਹਾਂ ਫੜ ਕੇ ਉਹਨਾਂ ਨੂੰ ਨਚਾਇਆ ਜਾਂਦਾ ਆ। ਉਹ ਕਿਉਂ ਨਚਾਇਆ ਜਾਂਦਾ ਵਾ? ਉਸ ਦਾ ਪੱਖ ਹੀ ਇਹੋ ਆ ਵੀ ਕਮਾਈ ਦੇ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਵਾ। ਜੇ ਬੱਚਾ ਸਿੱਖੀ ਦੇ ਨਾਲ ਜੁੜਿਆ ਜਾਂ ਕੋਈ ਗ੍ਰੰਥੀ ਸਿੰਘ ਆ, ਉਹ ਅੱਜ ਆਪਣੇ ਗ੍ਰੰਥੀ ਸਿੰਘ ਜਿਹੜਾ ਗ੍ਰੰਥੀ ਸਿੰਘ ਆ ਆਪਣੇ ਬੱਚੇ ਨੂੰ ਗ੍ਰੰਥੀ ਸਿੰਘ ਬਣਾ ਕੇ ਕਿਉਂ ਨਹੀਂ ਖੁਸ਼? ਕਿਉਂਕਿ ਉਹ ਤਾਂ ਨਹੀਂ ਖੁਸ਼ ਕਿ ਜਿਹੜੀਆਂ ਕਮੇਟੀਆਂ ਉਹ ਗ੍ਰੰਥੀ ਸਿੰਘ ਨੂੰ 5000 ਦੇਣ ਦਈਆ ਵਾ ਤੇ 5000 ਦੇ ਵਿੱਚੋਂ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਆਪਣਾ ਜਿਹੜਾ ਜੀਵਨ ਹੈ ਕਿਵੇਂ ਕੱਢੇਗਾ? ਫਿਰ ਤਾਂ ਉਹਨੇ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਇਸ ਪਾਸੇ ਤਾਂ ਨਹੀਂ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਤੇ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ। ਹਰ ਵਾਰ ਅਸੀਂ ਬਹੁਤ ਵੱਡੀਆਂ ਸ਼ਖਸੀਅਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਿੰਦੇ ਆ ਤੇ ਰਹਿਮਤ ਟੀਵੀ ਦੇ ਸਦਕਾ ਅਸੀਂ ਉਹਨਾਂ ਗੁਰਸਿੱਖਾਂ ਦਾ ਜੀਵਨ ਵੀ ਤੁਹਾਨੂੰ ਦਿਖਾਇਆ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਸੰਘਰਸ਼ਮਈ ਜੀਵਨ ਨੂੰ ਦੁਨੀਆ ਦੇ ਵਿੱਚ ਵਿਚਰਿਆ। ਸੋ ਅੱਜ ਇਸੇ ਤਰ੍ਹਾਂ ਦਾ ਸੰਘਰਸ਼ਮਈ ਜੀਵਨ ਬਤੀਤ ਕਰਨ ਵਾਲੇ ਸਾਡੇ ਨਾਲ ਭੈਣ ਜੀ ਗਗਨਦੀਪ ਕੌਰ ਖਾਲਸਾ ਜੀ ਮੌਜੂਦ ਨੇ ਤੇ ਅੱਜ ਤੁਹਾਨੂੰ ਇਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਆਪਣੀ ਗੁਰਮਤਿ ਦੀ ਸਿੱਖਿਆ ਹਾਸਲ ਕਰਕੇ ਤੇ ਘਰ ਦੀ ਗਰੀਬੀ ਨੂੰ ਚੱਕ ਦਿੱਤਾ। ਸੋ ਆਓ ਕਰਾਉਂਦੇ ਆ ਗੱਲਾਂ ਬਾਤਾਂ, ਸਾਰੀ ਕਹਾਣੀ ਭੈਣ ਜੀ ਦੇ ਮੂੰਹ ਆਪਾਂ ਸੁਣਦੇ ਆ, ਕਰਦੇ ਆ ਗੱਲਬਾਤ ਤੇ ਪਾਉਂਦੇ ਆ ਫਤਿਹ ਦੀ ਸਾਂਝ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ ਰਹਿਮਤ ਟੀਵੀ ਤੇ। ਧੰਨਵਾਦ ਵਾਹਿਗੁਰੂ ਜੀ। ਹਾਂਜੀ ਜੀ, ਆਪਾਂ ਸੰਗੀਤ ਦੀ ਗੱਲ ਕਰੀਏ ਜੇ ਕਿਵੇਂ ਤੁਹਾਡੇ ਮਨ ਵਿੱਚ ਆਈ ਕਿ ਮੈਂ ਗੁਰਮਤਿ ਸਿੱਖਿਆ ਜਿਹੜੀ ਹੈ ਇਹ ਹਾਸਲ ਕਰਨੀ, ਸੰਗੀਤ ਦੀ ਸਿੱਖਿਆ? ਹਾਂਜੀ ਵਾਹਿਗੁਰੂ ਜੀ, ਮੈਂ ਪਹਿਲੇ ਵੀ ਵੀਡੀਓ ਦੇ ਵਿੱਚ ਇਹੀ ਪੱਖ ਰੱਖਿਆ ਸੀਗਾ ਕਿ ਜਦੋਂ ਸਾਡੇ ਮਤਲਬ ਕਿ ਘਰ ਦੇ ਹਾਲਾਤ ਕਾਫੀ ਮਾੜੇ ਸੀਗੇ ਔਰ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਨਹੀਂ ਸੀਗਾ ਪਤਾ ਵੀ ਸਿੱਖੀ ਕੀ ਹੈ ਜੀ, ਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵੀ ਇਹ ਚਾਹ ਸੀਗਾ ਕਿ ਮੈਂ ਵੀ ਅੰਮ੍ਰਿਤ ਛਕਾਂ। ਅੰਮ੍ਰਿਤ ਤੋਂ ਬਾਅਦ 7 ਸਾਲ ਦੀ ਉਮਰ ਸੀ ਜਦੋਂ ਮੈਂ ਅੰਮ੍ਰਿਤ ਪਾਨ ਕੀਤਾ ਗੁਰੂ ਸਾਹਿਬਾਨ ਜੀ ਦੀ ਕਿਰਪਾ ਦੇ ਨਾਲ। ਉਸ ਤੋਂ ਬਾਅਦ ਫਿਰ ਜਿਹੜਾ ਕਿ ਮਨ ਜਿਹੜਾ ਸੀਗਾ ਕਿ ਮਿਊਜ਼ਿਕ ਦੇ ਕੀਰਤਨ ਦੀ ਲਗਨ ਅੰਦਰੋਂ ਉੱਠੀ। ਕਈਆਂ ਬੱਚਿਆਂ ਨੂੰ ਹੁੰਦਾ ਵੀ ਕੋਈ ਸਟੱਡੀ ਵਾਸਤੇ ਰੱਖਦਾ ਆ, ਕੋਈ ਕੁਝ ਰੱਖਦਾ ਆ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਅੰਦਰ ਚਾਹਤ ਸੀਗੀ ਕਿ ਮੈਂ ਹੁਣ ਕੀਰਤਨ ਜਿਹੜਾ ਸਿੱਖਾਂ। ਜਦੋਂ ਕਿਸੇ ਲੜਕੀ ਨੇ ਕੀਰਤਨ ਕਰਿਆ ਕਰਨਾ ਤੇ ਮੈਂ ਵੀ ਆਖਿਆ ਕਰਨਾ ਕਿ ਬਾਬਾ ਜੀ ਦੀ ਕਿਰਪਾ ਪਤਾ ਨਹੀਂ ਸਾਡੇ ਤੇ ਹੋਵੇਗੀ ਕਿ ਨਹੀਂ ਹੋਵੇਗੀ।
ਪਰ ਧੰਨ ਧੰਨ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਹੋਈ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ ਜੀ। ਜਿਵੇਂ ਤੁਸੀਂ ਗੱਲ ਕੀਤੀ ਵੀ ਸਾਡੇ ਘਰ ਦੇ ਵਿੱਚ ਪਹਿਲਾਂ ਕਿਸੇ ਨੂੰ ਵੀ ਗੁਰਮਤ ਬਾਰੇ ਨਹੀਂ ਸੀ ਪਤਾ, ਕੋਈ ਕਿਸੇ ਨੂੰ ਸਿੱਖੀ ਬਾਰੇ ਨਹੀਂ ਸੀ ਪਤਾ, ਗੁਰਬਾਣੀ ਕੀ ਕਿਸੇ ਨੂੰ ਨਹੀਂ ਸੀ ਪਤਾ। ਉਹ ਘਰ ਦਾ ਮਾਹੌਲ ਜਿਹੜਾ ਪਹਿਲਾਂ ਦਾ, ਉਹ ਕੀ ਮਾਹੌਲ ਸੀ ਘਰ ਦੇ ਵਿੱਚ, ਕਿਸ ਤਰ੍ਹਾਂ ਦਾ ਮਾਹੌਲ ਸੀ ਪਹਿਲਾਂ? ਵੇਖੋ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਹੁਣ ਦੀ ਪੀੜ੍ਹੀ ਹੈ ਤਾਂ ਜਾਂ ਪਹਿਲੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਕਿੱਦਾਂ ਹੈਂਡਲ ਕਰਦੇ ਸੀ ਆਪਣੀ ਲਾਈਫ ਨੂੰ। ਪਹਿਲਾਂ ਤਾਂ ਇਹ ਸੀਗਾ ਕਿ ਜਿਹੜੇ ਸਾਡੇ ਫਾਦਰ ਸਾਹਿਬ ਨੇ ਮਤਲਬ ਕਿ ਸਾਡੀ ਜ਼ਮੀਨ ਹੁੰਦੀ ਸੀ 3 ਕਿੱਲੇ ਮਤਲਬ ਕਿ ਸੜਕ ਦੇ ਉੱਪਰ ਸੀਗੀ। ਸਾਡੇ ਫਾਦਰ ਸਾਹਿਬ ਦੇ ਹਾਲਾਤ ਲੋਕਾਂ ਨੇ ਇਹੋ ਜਿਹੇ ਕਰ ਦਿੱਤੇ ਕਿ ਨਸ਼ੇ ਪ੍ਰਤੀ ਉਹਨਾਂ ਨੂੰ ਨਸ਼ਾ ਲਾ ਕੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਉਹਨਾਂ ਤੋਂ ਲਿਖਾ ਲਈਆਂ ਹਨਾ। ਇਹ ਸਭ ਮਤਲਬ ਕਿ ਉਹਨਾਂ ਨੇ ਇੱਕ ਮਤਲਬ ਕਿ ਰਹਿ ਬਣਾ ਕੇ, ਜੋ ਵੀ ਕਿਸੇ ਨੂੰ ਲਾ ਲਓ, ਆਪਾਂ ਕਿਸੇ ਦਾ ਨਾਂ ਤਾਂ ਨਹੀਂ ਲਵਾਂਗੇ ਹਨਾ, ਗੁਰੂ ਸਾਹਿਬ ਜੀ ਸਭ ਨੂੰ ਜਾਣਦੇ ਨੇ। ਚਲੋ ਜੀ, ਸਾਰਾ ਕੁਝ ਹੋ ਗਿਆ। ਸਾਨੂੰ ਲੋਕਾਂ ਨੇ ਇੱਥੋਂ ਤੱਕ ਵੀ ਇਹ ਜਿਹੜਾ ਪਰਿਵਾਰ ਆ ਇਹਨੂੰ ਥੱਲੇ ਹੀ ਰੱਖਿਆ ਜਾਵੇ। ਭਾਈ ਮੁਖਤਿਆਰ ਸਿੰਘ ਜੀ ਨੂੰ ਮਤਲਬ ਕਿ ਜਿਹੜਾ ਅੱਗੇ ਨਹੀਂ ਆਉਣ ਦੇਣਾ ਵੀ, ਜੋ ਵੀ ਹੈਗਾ ਵਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਵਾ ਵੀ ਕੀ ਹਿਸਾਬ ਕਿਤਾਬ ਹੁੰਦਾ ਵਾ ਹਨਾ ਜੀ। ਉਸ ਤੋਂ ਬਾਅਦ ਬੜਾ ਮਨ ਨੂੰ ਦੁੱਖ ਲੱਗਾ ਕਿ ਲੋਕੀ ਸਾਨੂੰ ਜਿਹੜਾ ਵੀ ਡਿਗਾਉਣਾ ਚਾਹੁੰਦੇ ਨੇ ਗਰੀਬੀ ਦੇ ਵਿੱਚ, ਵੀ ਇਹ ਪਰਿਵਾਰ ਉੱਠਿਆ ਕਿਉਂ ਆ ਹਨਾ, ਇਸ ਪਰਿਵਾਰ ਦੀ ਪੀੜ੍ਹੀ ਨੂੰ ਖਤਮ ਕੀਤਾ ਜਾਵੇ। ਪਰ ਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਦਾ ਮਤਲਬ ਕਿ ਚਲੋ ਆਪਣੀ ਸੰਭਾਲ ਹੋਈ ਸਾਡੀ, ਉਸ ਤੋਂ ਬਾਅਦ ਮੇਰੇ ਜਿਹੜੇ ਬ੍ਰਦਰ ਨੇ ਉਹਨਾਂ ਨੇ ਮੈਨੂੰ ਜਦੋਂ ਅੰਮ੍ਰਿਤ ਪਾਨ ਕਰਾਇਆ ਤੇ ਜਦੋਂ ਅਸੀਂ ਕੀਰਤਨ ਦੀ ਲਾਈਨ ਦੇ ਵਿੱਚ ਪਏ, ਥੋੜਾ ਸਮਾਂ ਪਿਆ ਜਦੋਂ ਅਸੀਂ ਜਦੋਂ ਸਿੱਖਿਆ। ਕੀਰਤਨ ਸਿੱਖਣ ਤੋਂ ਬਾਅਦ 3 ਕੁ ਸਾਲ ਬਾਅਦ ਸਾਡੇ ਫਾਦਰ ਸਾਹਿਬ ਜੀ ਦੇ ਮਨ ਦੇ ਅੰਦਰ ਆਈ ਕਿ ਮੇਰੀ ਹੁਣ ਜਿਹੜੀ ਬੱਚੀ ਹੈ ਕੀਰਤਨ ਕਰਨ ਲੱਗ ਗਈ ਹੈ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜੇ ਸਾਡੀ ਬੱਚੀ ਹੁਣ ਇਸ ਕੀਰਤਨ ਦੀ ਲਾਈਨ ਦੇ ਵਿੱਚ ਜੁੜ ਗਈ ਏ, ਲੋਕੀ ਮਖੌਲ ਕਰਦੇ ਸੀਗੇ, ਦੇਖਾਂਗੇ ਵੀ ਹੁਣ ਕੀ ਕਰਦੇ ਆ, ਕਿੱਥੋਂ ਖਾਂਦੇ ਆ। ਪਰ ਜਦੋਂ ਅਸੀਂ ਕੀਰਤਨ ਦੀ ਲਾਈਨ ਦੇ ਨਾਲ ਜੁੜੇ, ਸਾਡੇ ਫਾਦਰ ਸਾਹਿਬ ਨੇ ਗੁਰੂ ਸਾਹਿਬ ਜੀ ਦੀ ਇੰਨੀ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਮੈਂ ਵੀ ਅੰਮ੍ਰਿਤ ਛਕਣਾ ਆ। ਉਹ ਹਾਲਾਤ ਸੀ ਕਿ ਲੋਕੀ ਕਹਿੰਦੇ ਸੀਗੇ ਜਿਹੜਾ ਬੰਦਾ ਆਪਣੇ ਡੱਬ ਦੇ ਵਿੱਚ ਬੋਤਲਾਂ ਰੱਖ ਕੇ ਸ਼ਰਾਬਾਂ ਪੀਣ ਵਾਲਾ ਇੱਕਦਮ ਨਸ਼ਾ ਛੱਡ ਦੇਗਾ ਤੇ ਹੋ ਸਕਦਾ ਇਹਦੀ ਮੌਤ ਵੀ ਹੋ ਜੇ। ਤੁਸੀਂ ਇਹਨਾਂ ਨੂੰ ਇਸ ਪਾਸੇ ਗੁਰਬਾਣੀ ਦੇ ਪਾਸੇ ਕਿਉਂ ਲਾਤਾ, ਇਹਨੂੰ ਅੰਮ੍ਰਿਤ ਕਿਉਂ ਛਕਾਤਾ ਇਹਨਾਂ ਨੂੰ? ਕਿ ਤੁਸੀਂ ਬਿਕੋਜ਼ ਕਿ ਤੁਸੀਂ ਵੀ ਇੱਕ ਵੀ ਇਹਨਾਂ ਨੂੰ ਮਤਲਬ ਕਿ ਨਸ਼ੇ ਚੋਂ ਕੱਢ ਕੇ ਇੱਕਦਮ ਇਹਨਾਂ ਨੂੰ ਆਪਾਂ ਅੰਮ੍ਰਿਤਧਾਰੀ ਬਣਾਤਾ। ਸਾਨੂੰ ਲੋਕੀ ਕਹਿਣ ਲੱਗੇ ਕਿ ਇਹ ਜਿਹੜਾ ਵੀ ਭਾਈ ਸਾਹਿਬ ਨੇ ਵੀ ਥੋੜਾ ਕਿ ਚਿਰ ਕੱਢਣਗੇ। ਅਸੀਂ ਫੇਰ ਵੀ ਹੌਸਲਾ ਨਹੀਂ ਹਾਰਿਆ। ਅਸੀਂ ਆਖਿਆ ਕੋਈ ਗੱਲ ਨਹੀਂ, ਜਿੰਨੀ ਲਿਖੀ ਹੈ ਪ੍ਰਮਾਤਮਾ ਨੇ ਉਨੀ ਭੋਗ ਹੀ ਜਾਣੀ ਆ। ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਫਾਦਰ ਸਾਹਿਬ ਨੇ ਜਦੋਂ ਅੰਮ੍ਰਿਤ ਛਕ ਲਿਆ, ਸਾਨੂੰ ਹੋਰ ਬੜੀ ਖੁਸ਼ੀ ਹੋਈ ਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸਾਡੇ ਘਰ ਦੇ ਹਾਲਾਤ ਏਦਾਂ ਬਦਲ ਦਿੱਤੇ ਆ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਬੇਟੀ ਅੰਮ੍ਰਿਤ ਛਕਦੀ, ਫਿਰ ਪਿਤਾ ਅੰਮ੍ਰਿਤ ਛਕਦਾ। ਜਦੋਂ ਬੇਟੀ ਪਹਿਲੀ ਵਾਰੀ ਅੰਮ੍ਰਿਤ ਛਕ ਕੇ ਦਮਾਲਾ ਬਣ ਕੇ ਘਰ ਵਿੱਚ ਆਈ ਤੇ ਘਰ ਦੇ ਪਰਿਵਾਰ ਦੇ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਸੀਗਾ ਬੋਲਚਾਲ? ਵੇਖੋ ਜੀ, ਇੱਕਦਮ ਜਦੋਂ ਬੱਚੇ ਨੇ ਸਿੱਖੀ ਦੇ ਨਾਲ ਜੁੜਨਾ, ਰਿਸ਼ਤੇਦਾਰ ਲਾ ਲਓ, ਅੰਗ ਸਾਕ, ਭੈਣ ਭਰਾ, ਪਿੰਡ ਵਾਲੇ ਲਾ ਲਓ ਕਿ ਪਿਓ ਸ਼ਰਾਬਾ ਪੀਂਦਾ ਹੈ ਤੇ ਧੀ ਨੇ ਦਮਾਲਾ ਬੰਨ ਲਿਆ। ਇਹ ਗੱਲ ਮੈਂ ਇੱਥੇ ਰੱਖਣਾ ਚਾਹਾਂਗੀ ਕਿ ਇਹ ਟੌਪਿਕ ਲੋਕਾਂ ਦਾ ਪਹਿਲੋਂ ਹੁੰਦਾ ਵਾ। ਕਿਸੇ ਨੇ ਹੌਸਲਾ ਨਹੀਂ ਦੇਣਾ ਕਿ ਇਹ ਬੱਚਾ ਇਸ ਪਾਸੇ ਆਇਆ ਹੈ, ਇਹਨੂੰ ਹੌਸਲਾ ਦਿੱਤਾ ਜਾਵੇ। ਪਰ ਲੋਕਾਂ ਨੇ ਕਿਹਾ ਸੀ ਪਿਓ ਸ਼ਰਾਬ ਪੀਂਦਾ ਏ ਤੇ ਧੀ ਨੇ ਦਮਾਲਾ ਬੰਨ ਲਿਆ ਵਾ। ਵੇਖੋ ਹੁਣ ਕਹਾਣੀ ਕਿੱਧਰ ਨੂੰ ਜਾਂਦੀ ਏ। ਪਰ ਅੱਜ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਮਾਣਨਾ ਕਹਿੰਦੇ ਆ ਵੀ ਜਿਹੜੀ ਕਹਾਣੀ ਗੁਰੂ ਸਾਹਿਬ ਜੀ ਨੇ ਸਾਡੇ ਕਰਕੇ ਸਾਨੂੰ ਬਦਲ ਦਿੱਤੀ ਏ ਨਾ ਸਾਡੇ ਪ੍ਰਤੀ, ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਜਿੰਨਾ ਵੀ ਕਰੀਏ ਉਨਾ ਵੀ ਥੋੜਾ ਆ। ਉਸ ਤੋਂ ਬਾਅਦ ਤੁਸੀਂ ਕੀਰਤਨ ਦੀ ਜਿਹੜੀ ਆ ਇਹ ਦਾਤ ਪ੍ਰਾਪਤ ਕੀਤੀ, ਉਹ ਕੀਰਤਨ ਦਾ ਸਬੱਬ ਕਿਵੇਂ ਬਣਿਆ? ਕੀਰਤਨ ਕਿੱਥੋਂ ਸਿੱਖਿਆ ਤੁਸੀਂ? ਮੈਂ ਜੀ ਕੀਰਤਨ ਸਾਡੇ ਸਤਿਕਾਰਯੋਗ ਮੇਰੇ ਉਸਤਾਦ ਜੀ ਭਾਈ ਜਸਪਾਲ ਸਿੰਘ ਜੀ ਜਵੱਦੀ ਟਕਸਾਲ ਵਾਲੇ ਤਰਨਤਾਰਨ, ਜਿਨ੍ਹਾਂ ਦੀ ਕਲਾਸ ਉਹਨਾਂ ਨੇ ਇੱਥੇ ਸਟਾਰਟਿੰਗ ਕੀਤੀ ਸੀ ਭਿੱਖੀਵਿੰਡ। ਇੱਥੇ ਕਲਾਸ ਉਹਨਾਂ ਨੇ ਸਟਾਰਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਕਲਾਸਾਂ ਲੱਗਣ ਲੱਗ ਗਈਆਂ, ਫਿਰ ਹੌਲੀ ਹੌਲੀ ਤਰਨਤਾਰਨ ਸਾਹਿਬ ਵੀ ਇਸ ਤਰ੍ਹਾਂ ਡਿਪਲੋਮੇ ਦੇ ਪੇਪਰ ਨਾਲ ਦੀ ਨਾਲ ਹੀ ਅਸੀਂ ਭਰੀ ਗਏ। ਮੈਂ ਜਿਹੜੇ ਕੀਰਤਨ ਦਾ MA ਕੀਤੀ ਹੋਈ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਸਕੂਲਾਂ ਦੇ ਵਿੱਚ ਟੀਚਿੰਗ ਵੀ ਕਰਦੀ ਰਹੀ ਹਾਂ, ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੀ, ਗੁਰਬਾਣੀ ਦੇ ਜੋ ਵੀ ਹੈਗੇ ਨੇ ਮਤਲਬ ਕਿ ਸੰਥਿਆ ਗੁਰਬਾਣੀ ਦੀ, ਉਹ ਮੈਂ ਆਪਣੇ ਕਿਰਪਾ ਦੇ ਨਾਲ ਬਾਬਾ ਜੀ ਦੀ ਕਿਰਪਾ ਨਾਲ ਦਿੰਦੀ ਰਹੀ ਹਾਂ। ਇੱਕ ਸਥਾਈ ਕੀਰਤਨ ਦੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿਠਿਆਂ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿਠਿਆਂ, ਆਵੇ ਸਾਹਿਬ ਚਿੱਤ ਤੇਰੀਆਂ
ਚਿੱਤ ਤੇਰਿਆਂ ਭਗਤਾਂ ਡਿਠਿਆਂ ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ। ਵਾਹ ਵਾਹ, ਕੀ ਬਾਤ ਹੈ, ਬਹੁਤ ਅੱਛੀ। ਕੀਰਤਨ ਦੀ ਦਾਤ, ਮਹਾਰਾਜ ਦੀ ਕਿਰਪਾ, ਤੁਹਾਡਾ ਗਲਾ 'ਚ ਵੀ ਰਸ ਹੈ। ਅੱਛਾ, ਇੱਕ ਤੁਸੀਂ ਗੱਲ ਕਰ ਰਹੇ ਸੀ ਆਫ ਕੈਮਰਾ ਕਿ ਜਦੋਂ ਮੈਂ ਦਮਾਲਾ ਬਣ ਕੇ ਆਈ, ਰਿਸ਼ਤੇਦਾਰ ਇਹ ਵੀ ਕਹਿੰਦੇ ਕਿ ਲੈ ਹੁਣ ਤੈਨੂੰ ਰਿਸ਼ਤਾ ਕੋਈ ਨਹੀਂ ਹੋਣਾ, ਹੁਣ ਤੂੰ ਦਮਾਲਾ ਬਣ ਲੈ। ਵਾਹਿਗੁਰੂ ਜੀ, ਰਿਸ਼ਤੇ ਦੀ ਗੱਲ ਤਾਂ ਕਿੱਧਰੇ ਰਹਿ ਗਈ। ਲੋਕੀ ਜਦੋਂ ਮੇਰੇ ਆਪਣੇ ਖੁਦ ਸਾਡੇ ਰਿਸ਼ਤੇਦਾਰ ਕਹਿਣ ਲੱਗੇ ਕਿ ਕੁੜੀ ਨੂੰ ਦਮਾਲਾ ਬਣਾਤਾ, ਇਹ ਤੇ ਪਤਾ ਨਹੀਂ ਹੁਣ ਘਰ-ਬਾਰ ਕਿੱਦਾਂ ਦਾ ਲੱਭੂਗਾ। ਪਰ ਉਸ ਟਾਈਮ ਤੇ ਅਸੀਂ ਇਹ ਨਹੀਂ ਸੋਚਿਆ ਕਿ ਸਾਡੇ ਮਨ ਦੇ ਵਿੱਚ ਇਹ ਲਾਲਚ ਨਹੀਂ ਸੀਗਾ ਵੀ ਜੇ ਅਸੀਂ ਅੰਮ੍ਰਿਤ ਛਕ ਲਿਆ ਇਹ ਫਿਰ ਕਿਹੜੀ ਗੱਲ ਆ, ਕੀ ਪਤਾ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਕਿੰਨਾ ਕੁ ਅੱਗੇ ਵਧੀਆ ਸੋਚਿਆ ਵਾ। ਰਹੀ ਗੱਲ ਰਿਸ਼ਤੇ ਦੀ, ਰਿਸ਼ਤੇਦਾਰ ਵੀ ਕਹਿਣ ਲੱਗੇ ਸੀ ਕਿ ਇਸ ਕੁੜੀ ਨੂੰ ਦਮਾਲਾ ਬਣਾ ਦਿੱਤਾ ਵਾ, ਚੰਗੀ ਨਹੀਂ ਕੀਤੀ। ਤੇ ਜਦੋਂ ਜਾਇਆ ਕਰਨਾ ਤੇ ਮਖੌਲ ਵੀ ਲੋਕੀ ਕਰਦੇ ਹੁੰਦੇ ਸੀਗੇ ਕਿ ਪਿਓ ਸ਼ਰਾਬ ਪੀਂਦਾ ਹੈ ਤੇ ਬੱਚੀ ਨੇ ਦਮਾਲਾ ਬੱਧਿਆ ਹੈ। ਪਰ ਉਸ ਪੱਖ ਨੂੰ ਅਸੀਂ ਸਾਈਡ ਤੇ ਰੱਖ ਕੇ ਅਸੀਂ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਦੇ ਨਾਲ, ਅਸੀਂ ਮਤਲਬ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਲੋਕਾਂ ਦੀ ਨਾ ਪ੍ਰਵਾਹ ਕਰਦੇ ਹੋਏ, ਕਿਉਂਕਿ ਵੇਖੋ ਜੀ ਜਿੱਥੇ ਗੱਲ ਆਉਂਦੀ ਹੈ ਜੇ ਆਪਾਂ ਕੋਈ ਚੰਗੀ ਚੀਜ਼ ਵੀ ਪਾਉਣੇ ਆ ਤੇ ਲੋਕੀ ਤਾਂ ਵੀ ਨਹੀਂ ਛੱਡਦੇ, ਜੇ ਆਪਾਂ ਕੁਝ ਮਾੜਾ ਕਰਦੇ ਆ ਲੋਕੀ ਤਾਂ ਵੀ ਨਹੀਂ ਛੱਡਦੇ, ਹਨਾ। ਜੇ ਆਪਾਂ ਲੋਕਾਂ ਨੂੰ ਆਪਾਂ ਜ਼ਿੰਦਗੀ 'ਚ ਜਿੱਤ ਨਹੀਂ ਸਕਦੇ, ਠੀਕ ਆ ਜੀ। ਜੇ ਆਪਾਂ ਲੋਕਾਂ ਨੂੰ ਪਾਸੇ ਰੱਖ ਕੇ ਤੇ ਆਪਣੇ ਜੋ ਸਾਡਾ ਜੀਵਨ, ਜੋ ਸਾਡਾ ਮਨ ਕਹਿੰਦਾ ਏ ਉਹ ਚੀਜ਼ ਦੇ ਨਾਲ ਅਸੀਂ ਜੂਝ ਕੇ ਲੜੀਏ ਨਾ, ਫਿਰ ਗੁਰੂ ਸਾਹਿਬਾਨ ਜੀ ਦੀ ਕਿਰਪਾ ਆ, ਕੋਈ ਵੀ ਦੁਨੀਆ ਦੀ ਤਾਕਤ ਉਸ ਨੂੰ ਹਟਾ ਨਹੀਂ ਸਕਦੀ। ਤੁਸੀਂ ਆਪਣੇ ਸੰਘਰਸ਼ਮਈ ਜੀਵਨ ਦੀ ਕਹਾਣੀ ਸੁਣਾ ਰਹੇ ਹੋ। ਕੁਝ ਵੇਖੋ, ਇੱਕ ਲੜਕੀ ਜਿਹੜੀ ਹੈ ਨਾ, ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਕਮਾਈ ਦਾ ਸਰੋਤ ਕੋਈ ਨਹੀਂ ਮਿਲਦਾ ਤੇ ਲੜਕੀਆਂ ਵੀ ਗਲਤ ਰਸਤੇ ਅਪਣਾ ਲੈਣ, ਜਿਵੇਂ ਕੋਈ ਆਰਕੈਸਟਰਾ, ਮੈਂ ਨਹੀਂ ਕਹਿੰਦਾ ਸਾਰੀਆਂ ਗਲਤ ਹੁੰਦੀਆਂ ਨੇ, ਕੋਈ ਆਰਕੈਸਟਰਾ ਵਾਲੇ ਚਲੇ ਗਿਆ, ਪੈਸਾ ਕਮਾਉਣ ਦੀ ਹੋੜ ਇੰਨੀ ਜ਼ਿਆਦਾ ਹੈ ਕਿ ਕਿਸੇ ਵੀ ਹੱਦ ਤੱਕ ਜਾਣ ਨੂੰ ਲੋਕ ਤਿਆਰ ਹੁੰਦੇ ਨੇ। ਤੁਸੀਂ ਉਹਨਾਂ ਭੈਣਾਂ ਨੂੰ ਇੱਕ ਕੀ ਸੰਦੇਸ਼ ਦਿਓਗੇ ਜਿਹੜੀਆਂ ਭੈਣਾਂ ਗਲਤ ਰਸਤਾ ਅਪਣਾਉਂਦੀਆਂ ਨੇ ਕਮਾਈ ਵਾਸਤੇ? ਵੇਖੋ ਜੀ, ਕਈਆਂ ਨੂੰ ਤਾਂ ਹੁਣ ਇਹ ਵੀ ਲੱਗਦਾ ਹੈ ਕਿ ਜੇ ਅਸੀਂ ਸਿੱਖੀ ਦੇ ਰਾਹ ਦੇ ਵਿੱਚ ਪਵਾਂਗੇ ਤੇ ਸਾਨੂੰ ਕੁਝ ਲਾਭ ਨਹੀਂ ਆ, ਠੀਕ ਆ ਜੀ। ਉਸ ਦੇ ਵਿੱਚ ਸਾਡੀਆਂ ਜਿਹੜੀਆਂ ਕਮੇਟੀਆਂ ਵਾ ਕੁਝ ਨਾ ਕੁਝ ਜ਼ਿੰਮੇਵਾਰ ਉਹ ਵੀ ਨੇ। ਉਹ ਕਿਉਂ ਨੇ? ਹੁਣ ਵੇਖੋ, ਜਿਹੜਾ ਬੰਦਾ ਕੀਰਤਨ ਕਰਦਾ ਆ, ਜਿਸ ਬੰਦੇ ਨੇ 7-8 ਸਾਲ ਜਾ ਕੇ ਕੀਰਤਨ ਸਿੱਖਿਆ ਹੋਵੇਗਾ, ਉਹਨੇ ਕਿੱਦਾਂ ਆਪਣੇ ਲੈਵਲ ਤੇ ਕਿੱਦਾਂ ਖੜਿਆ ਹੋਇਆ ਹੋਵੇਗਾ, ਹਨਾ। ਕਿਸ ਤਰ੍ਹਾਂ ਮਤਲਬ ਕਿ ਉਹਨੇ ਜਾਂ ਕਿਸ ਤਰ੍ਹਾਂ ਹਾਰਮੋਨੀਅਮ ਲਏ ਹੋਣਗੇ ਜਾਂ ਕਿਸ ਤਰ੍ਹਾਂ ਉਹਨੇ ਆਪਣਾ ਜਥਾ ਜਿਹੜਾ ਤਿਆਰ ਕੀਤਾ ਹੋਵੇਗਾ। ਉਸ ਵਿੱਚ ਸਾਡੀ ਕਮੇਟੀਆਂ ਕਿਉਂ ਕਸੂਰਦਾਰ ਆ? ਕਿਉਂਕਿ ਜਦੋਂ ਰਾਗੀ ਸਿੰਘ ਕੀਰਤਨ ਕਰਨ ਵਾਸਤੇ ਜਾਂਦੇ ਨੇ ਤੇ ਰਾਗੀ ਸਿੰਘਾਂ ਨੂੰ ਬੜਾ ਥੱਲੇ ਗਿਣਿਆ ਜਾਂਦਾ ਵਾ, ਠੀਕ ਆ ਜੀ। ਵੇਖੋ ਹੁਣ ਜਦੋਂ ਅਸੀਂ ਕੀਰਤਨ ਕਰਨ ਜਾਂਦੇ ਆ, ਸਾਡਾ ਵੀ ਘਰ ਪਰਿਵਾਰ ਹੈ, ਅਸੀਂ ਵੀ ਮਤਲਬ ਕਿ ਸੰਗਤ ਦਾ ਦਿੱਤਾ ਹੀ ਤਾਂ ਅਸੀਂ ਖਾਣਾ ਹੈ ਨਾ, ਕਿਉਂਕਿ ਜੇ ਸੰਗਤ ਸਾਨੂੰ ਸਪੋਰਟ ਨਾ ਕਰੂਗੀ ਤੇ ਕੀਰਤਨੀਆਂ ਕਿੱਥੇ ਖਾਏਗਾ? ਕੀਰਤਨ ਦੇ ਵੀ ਬੱਚੇ ਹੁੰਦੇ ਨੇ, ਉਹਨੇ ਕੀਰਤਨੀਏ ਨੇ ਪਾਉਣਾ ਵੀ ਚੰਗਾ ਆ, ਉਹਦੇ ਕੋਲ ਹਾਰਮੋਨੀਅਮ ਵੀ ਚੰਗੇ ਹੋਣੇ ਚਾਹੀਦੇ ਆ, ਗੱਡੀਆਂ ਵੀ ਹੋਣੀਆਂ ਚਾਹੀਦੀਆਂ, ਹਨਾ। ਜੇ ਆਪਾਂ ਇਸ ਗੱਲ ਤੇ ਆਪਾਂ ਜੇ ਜ਼ਿਕਰ ਕਰੀਏ ਨਾ ਵੀ ਜੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਵਾ, ਉਹ ਸਾਰੀਆਂ ਨਹੀਂ ਵੀ ਕਈ ਧੀਆਂ ਭੈਣਾਂ ਜਿਹੜੀਆਂ ਉਹ ਆਪਣਾ ਮਤਲਬ ਕਿ ਦੁਖੀ ਹੋ ਕੇ ਉਸ ਪਾਸੇ ਨੂੰ ਜਾਂਦੀਆਂ ਨੇ, ਉਸ ਵਿੱਚ ਸਾਡੀ ਜਿਹੜੀ ਆ ਕਮੇਟੀਆਂ ਜਾਂ ਸਾਡੇ ਜਿਹੜੇ ਮਤਲਬ ਕਿ ਹੈਗੇ ਨੇ ਮਤਲਬ ਕਿ ਪ੍ਰਚਾਰਕ ਨੇ, ਉਹ ਜ਼ਿੰਮੇਵਾਰ ਨੇ। ਉਹ ਜ਼ਿੰਮੇਵਾਰ ਕਿਉਂ ਨੇ? ਵੀ ਜਿਹੜਾ ਬੰਦਾ, ਹੁਣ ਵੇਖੋ ਪਿੰਡ ਦੇ ਵਿੱਚੋਂ ਇੱਕ ਕੀਰਤਨੀਆ ਜੇ ਲੜਕੀ ਕਰਦੀ ਹੈ ਕੀਰਤਨ, ਉਹਨੂੰ ਸਪੋਰਟ ਨਹੀਂ ਮਿਲੀ, ਉਸ ਬੱਚੀ ਨੇ ਤਾਂ ਦੁਖੀ ਹੋ ਕੇ ਉਹ ਚੀਜ਼ ਨੂੰ ਛੱਡ ਹੀ ਦੇਣਾ ਵਾ ਨਾ। ਤੇ ਜੇ ਸਾਰੀ ਸੰਗਤ ਵੇਖੋ, ਪਿੰਡ ਦੇ ਵਿੱਚ ਆਪਾਂ ਕਹਿੰਦੇ ਆ ਵੀ 100 ਬੰਦਾ ਵਾ, 100 ਦੇ ਵਿੱਚੋਂ 50% ਸਾਡੇ ਨਾਲ ਨੇ ਤੇ 50% ਸਾਡੇ ਦੇ ਖਿਲਾਫ ਨੇ। ਪਹਿਲੀ ਗੱਲ, ਜੇ ਸਾਡੇ ਨਾਲ ਪਿੰਡ ਵਾਲੇ ਹੀ ਸਾਡੇ ਨਾਲ ਸਹਿਮਤ ਹੋਣ ਵੀ ਉਹ ਬੱਚਾ, ਬੜਾ ਮਾਣ ਵਾਲੀ ਗੱਲ ਆ ਵੀ ਸਾਡੇ ਪਿੰਡੋਂ ਇੱਕ ਕੀਰਤਨੀਆ ਉੱਠਿਆ ਆ, ਸਾਡੇ ਪਿੰਡੋਂ ਇੱਕ ਬੱਚਾ ਉੱਠਿਆ ਆ, ਉਹਦੇ ਨਾਲ ਸਪੋਰਟ ਕਰ ਗਈ ਅਸੀਂ। ਪਰ ਨਹੀਂ, ਕਮੇਟੀਆਂ ਆਣ ਕੇ ਉਹਨਾਂ ਦੇ ਨਾਲ ਸਹਿਮਤ ਹੋਣ ਨਾ, ਸਾਡੀਆਂ ਧੀਆਂ ਭੈਣਾਂ ਏਦਾਂ ਜਾ ਕੇ ਸਟੇਜਾਂ ਤੇ ਨੱਚਣ ਨਾ, ਠੀਕ ਆ ਜੀ। ਜੇ ਸਾਡੀਆਂ ਧੀਆਂ ਭੈਣਾਂ ਅੱਜ ਜਾ ਕੇ ਉਹ ਮਾਹੌਲਾਂ ਦੇ ਵਿੱਚ ਨੱਚਦੀਆਂ ਨੇ ਜਿੱਥੇ ਆਣ ਕੇ ਸ਼ਰੇਆਮ ਬਾਹਾਂ ਫੜ ਕੇ ਉਹਨਾਂ ਨੂੰ ਨਚਾਇਆ ਜਾਂਦਾ ਆ, ਉਹ ਕਿਉਂ ਨਚਾਇਆ ਜਾਂਦਾ ਵਾ? ਉਸ ਦਾ ਪੱਖ ਹੀ ਇਹੋ ਆ ਵੀ ਕਮਾਈ ਦੇ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ
ਕਰਨੀਆਂ ਪੈਂਦੀਆਂ ਵਾ। ਬਿਲਕੁਲ ਬਿਲਕੁਲ। ਜੇ ਆਪਣਾ ਬੱਚਾ ਸਿੱਖੀ ਦੇ ਨਾਲ ਜੁੜਿਆ ਹੈ ਨਾ, ਤੇ ਸਾਨੂੰ ਸਿੱਖੀ ਦੇ ਨਾਲ ਸਾਡੀਆਂ ਕਮੇਟੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿ ਭਾਈ ਉਹ ਬੱਚੇ ਨੇ ਆਪਣਾ ਜੀਵਨ ਜਿਹੜਾ ਇਸ ਰਾਹ ਤੇ ਲਾਇਆ ਹੈ, ਇਸ ਬੱਚੇ ਦੇ ਨਾਲ ਅਸੀਂ ਸਹਿਮਤ ਹੋਈਏ। ਜੀ ਬਿਲਕੁਲ। ਭੈਣੇ ਇੱਕ ਨਾ ਹੋਰ ਗੱਲ ਮੈਂ ਪੁੱਛਣੀ ਚਾਹਾਂਗਾ, ਜਿਸ ਤਰ੍ਹਾਂ ਨਾ ਇੱਕ ਪਿਛਲੇ ਸਮੇਂ ਵੀ ਆਵਾਜ਼ ਉੱਠੀ ਸੀ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਭੈਣਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਗੁਰੂ ਸਾਹਿਬ ਨੇ ਕਿੰਨਾ ਸੋਹਣਾ ਕਿਹਾ ਵੀ ਸੋ ਕਿਉ ਬੰਦਾ ਆਖੀਏ ਜਿੱਤ ਜੰਮੇ ਰਾਜਾਨ। ਜਿਹੜੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਉਹਨੂੰ ਅਸੀਂ ਕਿਵੇਂ ਦਿਖਾ ਦਈਏ ਵੀ ਉਹ ਨੀਵੀਂ ਹੈ, ਪਰ ਉੱਥੇ ਦਰਬਾਰ ਸਾਹਿਬ 'ਚ ਇਜਾਜ਼ਤ ਨਹੀਂ ਲੜਕੀਆਂ ਨੂੰ। ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ? ਵੇਖੋ ਜੀ, ਜਿਹੜੇ ਤਾਂ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ, ਮੈਂ ਕਿਸੇ ਨੂੰ ਮਾੜਾ ਨਹੀਂ ਕਵਾਂਗੀ, ਪਰ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਨਾ, ਸੋ ਕਿਉ ਮੰਦਾ ਆਖੀਐ ਜਿੱਤ ਜਮਹਿ ਰਾਜਾਨ। ਜਿਹੜੀਆਂ ਕਮੇਟੀਆਂ ਅੱਜ ਧੀਆਂ ਭੈਣਾਂ ਨੂੰ ਕੁਝ ਨਹੀਂ ਗਿਣਦੀਆਂ ਵੀ ਇਹ ਕੀਰਤਨੀਏ ਆ ਜਾਂ ਇਹ ਢਾਡੀ ਜਥਾ ਹੈ, ਇਹਨਾਂ ਦੇ ਪੱਲੇ ਕੁਝ ਨਹੀਂ ਆ, ਹਨਾ। ਇਹ ਲੋਕਾਂ ਨੂੰ ਕੀ ਕਹਿਣ, ਮਤਲਬ ਕਿ ਕੀ ਸਿੱਖੀ ਬਾਰੇ ਕੀ ਦੱਸਣਗੇ। ਪਰ ਇੱਕ ਗੱਲ ਇੱਥੇ ਯਾਦ ਰੱਖਿਓ, ਜਿਹੜੀਆਂ ਕਮੇਟੀਆਂ ਅੱਜ ਬਣੀਆਂ ਹੀ ਅਸਕਰ, ਉਹ ਵੀ ਤਾਂ ਕਿਸੇ ਦੀ ਮਾਂ ਦੇ ਕੁੱਖ ਦੇ ਵਿੱਚੋਂ ਜੰਮ ਕੇ ਬਣੀਆਂ ਹੈ ਨਾ। ਜਿਹੜੀਆਂ ਕਮੇਟੀਆਂ ਅੱਜ ਬੱਚਿਆਂ ਨੂੰ ਕਹਿਣ ਦੀਆਂ ਹੈ ਕਿ ਉਹ ਬੱਚੀ ਨੇ ਕੀਰਤਨ ਸਿੱਖਿਆ ਏ ਜਾਂ ਉਹਨੇ ਢਾਡੀ ਕਲਾ ਸਿੱਖੀ ਏ ਜਾਂ ਉਹ ਕਵੀਸ਼ਰ ਆ, ਤਾਂ ਉਹਨਾਂ ਨੂੰ ਸੁਣ ਕੇ ਰਾਜੀ ਨਹੀਂ ਏ। ਪਰ ਇੱਕ ਗੱਲ ਮੇਰੀ ਯਾਦ ਰੱਖਿਓ, ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿੱਦਣ ਅਸੀਂ ਬੱਚਿਆਂ ਦੇ ਖਿਲਾਫ ਇਹ ਫੈਸਲੇ ਲੈਂਦੇ ਆ, ਪਰ ਪਹਿਲਾਂ ਸੋਚ ਲਿਓ ਵੀ ਤੁਸੀਂ ਵੀ ਕਿਸੇ ਮਾਂ ਦੀ ਢਿੱਡ ਦੇ ਵਿੱਚੋਂ ਨਿਕਲੇ ਹੋ। ਬਿਲਕੁਲ ਬਿਲਕੁਲ। ਠੀਕ ਆ ਜੀ। ਇਸ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਪਹਿਲਾਂ ਹੀ ਲਿਖਿਆ ਹੈ ਕਿ ਪਹਿਲਾ ਮਾਂ ਫੇਰ ਰੱਬ। ਠੀਕ ਆ ਜੀ। ਮਾਂ ਆਈ ਹੈ ਤੇ ਰੱਬ ਆਇਆ ਹੈ ਨਾ। ਤੇ ਜੇ ਧੀ ਭੈਣ ਅੱਗੇ ਕਿਸੇ ਦੀ ਵੱਧਦੀ ਹੈ ਤੇ ਕਮੇਟੀਆਂ ਨੂੰ ਮੈਂ ਅੱਗੇ ਵੀ ਇਹ ਗੱਲ ਕਹਿੰਦੀ ਹੈ, ਫਿਰ ਉਹ ਗੱਲ ਆ ਜਾਂਦੀ ਹੈ ਬਾਰ-ਬਾਰ ਵੀ ਬੱਚਿਆਂ ਨੂੰ ਕਿਉਂ ਨਹੀਂ ਸਪੋਰਟ ਕੀਤਾ ਜਾਂਦਾ, ਬੱਚਿਆਂ ਨੂੰ ਨਿੱਕੇ ਲੈਵਲ ਤੇ ਕਿਉਂ ਗਿਣਿਆ ਜਾਂਦਾ ਆ। ਬੱਚਿਆਂ ਨੂੰ ਆਪਣੇ ਨਾਲ ਸਪੋਰਟ ਕਰਨ, ਬੱਚਿਆਂ ਨੂੰ ਜੋ ਵੀ ਉਹਨਾਂ ਦੀ ਹੈਗੀ ਏ, ਜੋ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ, ਵੱਧ ਤੋਂ ਵੱਧ ਉਹਨਾਂ ਦੇ ਨਾਲ ਸਪੋਰਟ ਕਰਨ। ਉਹਨਾਂ ਨੂੰ ਹਰ ਇੱਕ ਸਟੇਜ ਤੇ ਹੱਕ ਆ ਕੀਰਤਨ ਕਰਨ ਦਾ, ਤੇ ਇਹਨਾਂ ਨੂੰ ਹੱਕ ਦੇਣਾ ਚਾਹੀਦਾ ਆ। ਹੁਣ ਤੱਕ ਕਿੰਨੇ ਕੁ ਦੂਰ ਤੱਕ ਕੀਰਤਨ ਕਰ ਚੁੱਕੇ ਹੋ? ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਸੀਂ ਕਾਫੀ ਸਟੇਜਾਂ ਤੇ ਕੀਰਤਨ ਕਰ ਚੁੱਕੇ ਆ, ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਬਹੁਤ ਹੀ ਸਨਮਾਨਿਤ ਤੇ ਬੜਾ ਹੀ ਸਤਿਕਾਰ ਮਿਲਦਾ ਆ। ਠੀਕ ਆ ਜੀ। ਅਸੀਂ ਲੁਧਿਆਣੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲਾਈਵ ਕੀਰਤਨ ਚੱਲਦਾ ਨੇ, ਪ੍ਰਧਾਨ ਉੱਥੋਂ ਦੇ ਭਾਈ ਪ੍ਰਿਤਪਾਲ ਸਿੰਘ ਜੀ, ਡਿੰਪਲ ਭਾਜੀ, ਜੋ ਵੀ ਹੈ, ਜਿੰਨੀ ਵੀ ਕਮੇਟੀ ਹੈ, ਸਾਡੇ ਨਾਲ ਬੜਾ ਪਿਆਰ ਤੇ ਸਤਿਕਾਰ ਬਖਸ਼ਦੇ ਨੇ। ਔਰ ਜਿੰਨੀਆਂ ਵੀ ਸਟੇਜਾਂ ਤੇ ਅਸੀਂ ਅੱਜ ਤੱਕ ਕੀਰਤਨ ਕਰਨ ਵਾਸਤੇ ਗਏ ਆ, ਸਾਨੂੰ ਤੇ ਬਹੁਤ ਹੀ ਮਾਣ ਬਖਸ਼ਿਆ ਏ। ਬਸ ਇੱਕੋ ਹੀ ਮੇਰੀ ਬੇਨਤੀ ਹੈ ਵੀ ਭਾਈ ਜਿਹੜੇ ਬੱਚੇ ਇਸ ਸਿੱਖੀ ਪ੍ਰਤੀ, ਜੇ ਸਿੱਖੀ ਦੇ ਨਾਲ ਜੁੜੇ ਨੇ, ਉਹਨਾਂ ਨੂੰ ਜੇ ਬਚਾਉਣਾ ਆ, ਜੇ ਬੱਚਾ ਸਿੱਖੀ ਦੇ ਨਾਲ ਜੁੜਿਆ ਜਾਂ ਕੋਈ ਗ੍ਰੰਥੀ ਸਿੰਘ ਆ, ਉਹ ਅੱਜ ਆਪਣੇ ਗ੍ਰੰਥੀ ਸਿੰਘ ਆ, ਆਪਣੇ ਬੱਚੇ ਨੂੰ ਗ੍ਰੰਥੀ ਸਿੰਘ ਬਣਾ ਕੇ ਕਿਉਂ ਨਹੀਂ ਖੁਸ਼? ਕਿਉਂਕਿ ਉਹ ਤਾਂ ਨਹੀਂ ਖੁਸ਼ ਕਿ ਜਿਹੜੇ ਕਮੇਟੀਆਂ ਉਹ ਗ੍ਰੰਥੀ ਸਿੰਘ ਨੂੰ 5000 ਦੇਣ ਦਈਆ ਵਾ, ਤੇ 5000 ਦੇ ਵਿੱਚੋਂ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਆਪਣਾ ਜਿਹੜਾ ਜੀਵਨ ਹੈ ਕਿਵੇਂ ਕੱਢੇਗਾ? ਫਿਰ ਤਾਂ ਉਹਨੇ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਇਸ ਪਾਸੇ ਤਾਂ ਨਹੀਂ ਲਾਉਣਾ। ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਸਾਰਿਆਂ ਵੀਰਾਂ ਭਰਾਵਾਂ ਕਮੇਟੀ ਵਾਲਿਆਂ ਨੂੰ ਕਿ ਭਾਈ, ਜੇ ਤੁਹਾਨੂੰ ਰੱਬ ਨੇ ਇਹੋ ਜਿਹੀਆਂ ਦਾਤਾਂ ਦਿੱਤੀਆਂ, ਤੁਸੀਂ ਅੱਜ ਕਮੇਟੀਆਂ ਤੁਸੀਂ ਬਣਾਈਆਂ ਨੇ, ਪਰ ਵੱਧ ਤੋਂ ਵੱਧ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਕੋਈ ਢਾਡੀ ਲੈਵਲ ਤੇ ਨੇ ਜਾਂ ਕੋਈ ਕਵੀਸ਼ਰੀ ਏ, ਉਹਨਾਂ ਨੂੰ ਵੱਧ ਤੋਂ ਵੱਧ ਭੇਟਾ ਦਿਆ ਕਰੋ, ਕਿਉਂਕਿ ਤੁਹਾਡੀ ਦਿੱਤੀ ਭੇਟਾ ਉਹਨਾਂ ਨੇ ਪਰਿਵਾਰ ਪਾਲਣਾ ਆ। ਜੀ ਬਿਲਕੁਲ ਬਿਲਕੁਲ। ਇੱਕ ਲਾਸਟ ਤੇ ਮੈਸੇਜ ਉਹਨਾਂ ਬੱਚਿਆਂ ਨੂੰ ਜਿਹੜੇ ਸਿੱਖੀ ਤੋਂ ਦੂਰ ਹੋ ਰਹੇ ਨੇ, ਉਹਨਾਂ ਭੈਣਾਂ ਨੂੰ ਜਿਹੜੀਆਂ ਸਿੱਖੀ ਤੋਂ ਟੁੱਟ ਰਹੀਆਂ ਨੇ, ਦੁਬਾਰਾ ਗੁਰੂ ਸਾਹਿਬ ਉਡੀਕ ਰਹੇ ਨੇ। ਵੇਖੋ ਜੀ, ਇੱਕ ਤਾਂ ਗੱਲ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਵਾਸਤੇ ਸਾਰਾ ਸਰਬੰਸ ਕੌਮ ਦੇ ਲੇਖੇ ਲਾ ਦਿੱਤਾ, ਤੇ ਉਹਨਾਂ ਨੇ ਇਹੀ ਬਚਨ ਕੀਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਨੇ ਸਾਡੇ ਵੱਲ ਇਸ਼ਾਰੇ ਕੀਤੇ ਸੀ ਕਿ ਫਿਰ ਕੀ ਹੋ ਗਿਆ ਜੇ ਮੇਰੇ 4 ਜਿਹੜੇ ਪੁੱਤ ਨੇ ਉਹ ਕੌਮ ਦੇ ਲੇਖੇ ਲੱਗ ਰਹੇਗੇ, ਆ ਜਿਹੜੇ ਬੱਚੇ ਬੈਠੇ ਨੇ ਇਹ ਵੀ ਤਾਂ ਮੇਰੇ ਧੀਆਂ ਪੁੱਤਰ ਨੇ। ਪਰ ਅੱਜ ਸ਼ਰਮ ਵਾਲੀ ਗੱਲ ਇਹ ਵੀ ਇੱਥੇ ਆ ਰਹੀ ਹੈ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਜਾ ਕੇ, ਸਾਡੀਆਂ ਭੈਣਾਂ ਜਾ ਕੇ ਬਿਊਟੀ ਪਾਰਲਰ ਦੇ ਵਿੱਚ ਜਾ ਕੇ ਕੇਸ ਕਤਲ ਕਰਦੀਆਂ ਨੇ। ਪਰ ਇੱਥੇ ਵੀ ਇੱਕ ਬੜੀ ਦੁੱਖ ਵਾਲੀ ਗੱਲ ਆ ਕਿ ਜਦੋਂ ਅਸੀਂ ਨਾਈਆਂ ਦੇ ਅੱਗੇ ਜਾ ਕੇ ਬਹਿ ਕੇ ਆਪਣੀਆਂ ਦਾੜੀਆਂ ਮੁੱਛਾਂ ਸੋਹਣੇ ਮਲਕੀ ਇਹੀ ਕਟਵਾ ਦਿੰਨੇ ਆ, ਜੇ ਮੰਨ ਲਓ ਸਾਡੀ ਕਿਸੇ ਦੇ ਨਾਲ ਲੜਾਈ ਹੋ ਗਈ ਆ, ਸਾਡੀ ਉਹ ਦਾੜੀ ਨੌਲਦਾ ਆ, ਅਸੀਂ ਉਹਨੂੰ ਮਾਰਨ ਤੱਕ ਜਾਂਦੇ ਆ ਨਾ, ਤੇ ਜਦੋਂ ਅਸੀਂ ਨਾਈ ਦੇ ਅੱਗੇ ਜਾ ਕੇ ਇਹਨੂੰ ਕਿ ਆਪਣਾ ਸਰੀਰ ਜਾ ਕੇ ਉਹਦੇ ਅੱਗੇ ਅਰਪਣ ਕਰ ਦਿੰਦੇ ਆ ਵੀ ਮੇਰੀ ਭਾਈ ਖੂਬਸੂਰਤੀ ਬਣਾ ਦੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਸਾਹਿਬ ਯਾਦ ਕਰਵਾਉਣ ਵਾਸਤੇ ਆਪਣਾ ਸੀਸ ਲਵਾ ਦਿੱਤਾ।
ਠੀਕ ਆ ਜੀ। ਮਾਤਾ ਭਾਗੋ ਕੌਰ ਬਣੋ। ਬਾਬਾ ਦੀਪ ਸਿੰਘ ਜੀ ਨੇ ਸਾਨੂੰ ਇੰਨੀਆਂ ਸੋਹਣੀਆਂ ਦਾਤਾਂ ਬਖਸ਼ੀਆਂ ਨੇ, ਸਾਨੂੰ ਐਡਾ ਸੋਹਣਾ ਮਤਲਬ ਕਿ ਉਹਨਾਂ ਨੇ ਜੀਵਨ ਬਖਸ਼ਿਆ ਏ। ਜੇ ਅਸੀਂ ਇਸ ਜੀਵਨ ਨੂੰ ਜਾ ਕੇ ਆਪਣਾ ਕੇਸਾਂ ਦੀ ਬੇਦਬੀ ਕਰਾਂਗੇ ਜਾਂ ਕਤਲ ਕਰਵਾਵਾਂਗੇ, ਸਾਨੂੰ ਕੁਝ ਹਾਸਲ ਨਹੀਂ ਹੋਣਾ। ਠੀਕ ਆ ਜੀ। ਇਸ ਕਰਕੇ ਵੀ ਇਹ ਨੌਜਵਾਨ ਪੀੜ੍ਹੀ ਨੂੰ ਤਾਂ ਇਹੀ ਮੇਰਾ ਮੈਸੇਜ ਆ ਵੀ ਜਿੰਨਾ ਸੋਹਣਾ ਸਾਨੂੰ ਰੱਬ ਨੇ ਰੂਪ ਦਿੱਤਾ ਹੈ ਨਾ, ਬੜਾ ਸੋਹਣਾ ਸਾਨੂੰ ਰੱਬ ਨੇ ਰੂਪ ਜਿਹੜਾ ਦਿੱਤਾ ਵਾ। ਜ਼ਰੂਰੀ ਨਹੀਂ ਹੈ ਵੀ ਅਸੀਂ ਕੇਸ ਕਤਲ ਕਰਵਾਵਾਂਗੇ ਜਾਂ ਫੈਸ਼ਨ ਕਰਾਂਗੇ ਅਸੀਂ ਹੋਰ ਸੋਹਣੇ ਲੱਗਾਂਗੇ, ਪਰ ਨਹੀਂ, ਅਸੀਂ ਗੁਰੂ ਸਾਹਿਬਾਨ ਨੂੰ ਸੋਹਣੇ ਲੱਗਣੇ ਚਾਹੀਦੇ ਆ, ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜੇ ਬੱਚੇ ਜਿਹੜੇ ਕੇਸ ਕਤਲ ਕਰਵਾਉਂਦੇ ਨੇ, ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਵਾਰੀ ਧਿਆਨ ਮਾਰ ਲਿਓ ਮਾਤਾ ਗੁਜਰ ਕੌਰ ਜੀ ਵੱਲ। ਇਹ ਨਹੀਂ ਆ ਕਿ ਸਟੇਟਸ ਲਾ ਦਿੱਤੇ, ਪੋਹ ਦੇ ਮਹੀਨੇ ਦੇ ਵਿੱਚ ਸਟੋਰੀਆਂ ਲਾ ਦਿੱਤੀਆਂ ਵੀ ਅਸੀਂ ਅੱਜ ਯਾਦ ਕਰਦੇ ਪਏ ਛੋਟੇ ਸੇ। ਏਦਾਂ ਖੁਸ਼ੀਆਂ ਨਹੀਂ ਗੁਰੂ ਦੀਆਂ ਪ੍ਰਾਪਤ ਹੁੰਦੀਆਂ। ਜੇ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਅੰਗ ਸੰਗ ਸਹਾਈ ਹੋ ਕੇ, ਉਹਨਾਂ ਦੇ ਨਾਲ ਤੁਸੀਂ ਸਹਾਈ ਹੋ ਕੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲੋਗੇ ਨਾ, ਕੋਈ ਵੀ ਦੁਨੀਆ ਦੀ ਤਾਕਤ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦੀ। ਆਖਰੀ ਨਾ 1-2 ਲੈਣਾ ਸਾਡੇ ਦਰਸ਼ਕਾਂ ਦੇ ਨਾਲ ਸ਼ਬਦ ਦੀਆਂ ਸਾਂਝੀਆਂ ਕਰੋ, ਫਿਰ ਆਪਾਂ ਫਤਿਹ ਜੀ। सबको तेरे वस, सबको तेरे वस, अग में अगोचरा। तू भगता के वस, भगता तान तेरा। तू भगता के वस, भगता तान तेरा, तान तेरा। तू भगता के वस, भगता तान तेरा। सबको तेरे वस, सबको तेरे वस, अग में अगोचरा। तू भगता के वस, भगता तान तेरा। तू भगता के वस, भगता तान तेरा। ਸੋ ਇਹ ਸਨ ਭੈਣ ਜੀ ਗਗਨਦੀਪ ਕੌਰ ਜੀ ਖਾਲਸਾ। ਪਹੂਵਿੰਡ ਪਿੰਡ ਦੇ ਵਿੱਚ ਇਹਨਾਂ ਦਾ ਨਿਵਾਸ ਸਥਾਨ ਹੈ। ਬਾਬਾ ਦੀਪ ਸਿੰਘ ਦੀ ਇਹ ਨਗਰੀ ਦੇ ਵਿੱਚੋਂ ਇਹ ਹੀਰਾ, ਇਹ ਸਿਤਾਰਾ, ਸੰਗੀਤ ਦਾ ਸਿਤਾਰਾ, ਗੁਰਮਤ ਸੰਗੀਤ ਦਾ ਸਿਤਾਰਾ ਭੈਣ ਗਗਨਦੀਪ ਜੀ ਉੱਭਰ ਕੇ ਸਾਹਮਣੇ ਆ ਰਹੇ ਨੇ। ਲੋਕ ਸਪੋਰਟ ਕਰ ਰਹੇ ਨੇ, ਲੋਕ ਪਿਆਰ ਵੀ ਦਿੰਦੇ ਨੇ, ਵਿਰੋਧ ਕਰਨ ਵਾਲੇ ਵਿਰੋਧ ਵੀ ਕਰਦੇ ਨੇ। ਸੋ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਕਿ ਧੀਆਂ ਨੂੰ ਹਮੇਸ਼ਾ ਹੀ ਘਰ ਦੇ ਵਿੱਚ ਇੱਕ ਕੀ ਉਹਨੂੰ ਕਹਿ ਸਕਦੇ, ਇੱਕ ਗੁਲਾਮ ਦੀ ਤਰ੍ਹਾਂ ਰੱਖਿਆ ਜਾਂਦਾ ਹੈ, ਉਹਨਾਂ 'ਤੇ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਪਰ ਅੱਜ ਦੀ ਧੀ ਜਿਹੜੀ ਹੈ ਉਹ ਬਹੁਤ ਸਮਝਦਾਰ ਹੋ ਚੁੱਕੀ ਹੈ। ਅੱਜ ਦੀ ਧੀ ਨੂੰ ਇੱਕ ਮੌਕਾ ਚਾਹੀਦਾ। ਉਹ ਸਮੇਂ ਦੇ ਜਿਹੜੇ ਹਾਕਮ ਨੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਆਪਣੇ ਚੈਨਲ ਵੱਲੋਂ ਕਿ ਇੱਕ ਵਾਰ ਧੀਆਂ ਨੂੰ ਇੱਕ ਮੌਕਾ ਦੇ ਕੇ ਤਾਂ ਵੇਖੀਏ, ਹੋ ਸਕਦਾ ਧੀਆਂ ਸਾਡੀਆਂ ਜਿਹੜੀਆਂ ਉਹ ਅਸਮਾਨ ਨੂੰ ਛੂਹ ਲੈਣ। ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ। ਵੇਖਦੇ ਰਹੋ ਸੁਰਖਾਬ ਟੀਵੀ ਤਰਨਤਾਰਨ। ਧੰਨਵਾਦ।